हेलो गुड मॉर्निंग स्टूडेंट्स। बेटा टुडे डेट इज़ 6 जनवरी और अकाउंट्स का ਆਪਾਂ ਜਿਹੜਾ ਚੈਪਟਰ ਕਲਾਸ ਦੇ ਵਿੱਚ ਸਟਾਰਟ ਕੀਤਾ ਸੀ ਉਹੀ ਮੈਂ ਕੰਟੀਨਿਊ ਕਰਵਾ ਰਹੀ ਹਾਂ। ਆਪਾਂ ਜਿਹੜਾ ਚੈਪਟਰ ਸਟਾਰਟ ਕੀਤਾ ਸੀ ਦੈਟ ਇਜ਼ ਅਕਾਊਂਟਿੰਗ ਫॉर ਨॉट ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਵੀ ਜਿਹੜੀਆਂ ਆਰਗੇਨਾਈਜੇਸ਼ਨ ਪ੍ਰੋਫਿਟ ਕਮਾਉਣ ਦੇ ਲਈ ਕੰਮ ਨਹੀਂ ਕਰਦੀਆਂ, ਮਤਲਬ ਉਹ ਸਮਾਜ ਦੀ ਭਲਾਈ ਦੇ ਲਈ ਕੰਮ ਕਰਦੀਆਂ ਨੇ ਜਾਂ ਰਿਲੀਜੀਅਸ ਪਰਪਸ ਦੇ ਲਈ ਕੰਮ ਕਰ ਰਹੀਆਂ ਨੇ, ਉਹਨਾਂ ਆਰਗੇਨਾਈਜੇਸ਼ਨ ਨੂੰ ਆਪਾਂ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਦਾ ਨਾਮ ਦਿੰਦੇ ਹਾਂ। ਠੀਕ ਹੈ, ਹੁਣ ਪਿੱਛੇ ਜਿੰਨੇ ਵੀ ਤੁਸੀਂ ਸਾਰੇ ਅਕਾਊਂਟਸ ਬਣਾਏ ਨੇ ਉਹ ਉਹਨਾਂ ਆਰਗੇਨਾਈਜੇਸ਼ਨਸ ਦੇ ਬਣਾਏ ਨੇ ਜਿਨ੍ਹਾਂ ਦਾ ਮੇਨ ਮੋਟਿਵ ਪ੍ਰੋਫਿਟ ਅਰਨ ਕਰਨਾ ਹੁੰਦਾ ਹੈ। ਹੁਣ ਇਸ ਚੈਪਟਰ ਦੇ ਵਿੱਚ ਅਸੀਂ ਉਹ ਦੇਖਣਾ ਹੈ ਕਿ ਉਹ ਜਿਹੜੀਆਂ ਆਰਗੇਨਾਈਜੇਸ਼ਨ ਪ੍ਰੋਫਿਟ ਕਮਾਉਣ ਦੇ ਲਈ ਕੰਮ ਨਹੀਂ ਕਰਦੀਆਂ ਹੈਗੀਆਂ ਉਹ ਕਿਵੇਂ ਅਕਾਊਂਟ ਜਿਹੜੇ ਆ ਉਹ ਪ੍ਰਪੇਅਰ ਕਰਦੀਆਂ ਨੇ, ਕਿਉਂਕਿ ਉਹਨਾਂ ਕੋਲ ਵੀ ਫੰਡ, ਉਹਨਾਂ ਕੋਲ ਪੈਸਾ ਆਉਂਦਾ ਅਤੇ ਉਹ ਕਿਸ ਤਰੀਕੇ ਨਾਲ ਉਹਨੂੰ ਖਰਚ ਕਰਦੇ ਨੇ, ਉਹਦੇ ਵਾਸਤੇ ਵੀ ਅਕਾਊਂਟਿੰਗ ਟਰੀਟਮੈਂਟ ਜਿਹੜਾ ਇਹਦੇ ਵਿੱਚ ਕਿਵੇਂ ਹੁੰਦਾ ਉਹ ਆਪਾਂ ਦੇਖਾਂਗੇ। ਇਹਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟਸ ਨੇ ਉਹ 3 ਬਣਨਗੀਆਂ। ਠੀਕ ਹੈ, receipts and payment account, income and expenditure account, and then is last is balance sheet। receipt and payment account, receipt and payment account ਦਾ ਫਾਰਮੈਟ ਆ ਹੈਗਾ, ਦੇਖੋ ਡੈਬਿਟ ਸਾਈਡ ਰਸੀਟਸ ਹੋਣਗੇ, ਕ੍ਰੈਡਿਟ ਸਾਈਡ ਪੇਮੈਂਟਸ ਹੋਣਗੇ। ਜਿਹੜਾ receipt and payment account ਹੈ ਇਹ ਕਾਹਦੇ ਨਾਲ ਰਿਲੇਟਡ ਹੈ? ਕੈਸ਼ ਬੁੱਕ ਨਾਲ। ਜਿਵੇਂ ਤੁਸੀਂ 11th ਕਲਾਸ ਵਿੱਚ ਕੈਸ਼ ਬੁੱਕ ਕੀਤੀ ਸੀ ਉਹਦੇ ਨਾਲ ਰਿਲੇਟਡ ਹੈ। ਕਿਉਂਕਿ ਇਹ ਕਿਹੜਾ ਅਕਾਊਂਟ ਹੈ? ਇੱਕ ਰੀਅਲ ਅਕਾਊਂਟ ਹੈ। ਅਤੇ ਰੀਅਲ ਅਕਾਊਂਟ ਦਾ ਰੂਲ ਕੀ ਹੁੰਦਾ? ਡੈਬਿਟ ਵਾਟ ਕਮਸ ਇਨ, ਕ੍ਰੈਡਿਟ ਵਾਟ ਗੋਜ਼ ਆਊਟ। ਵੀ ਡੈਬਿਟ ਉਹ ਆਈਟਮਸ ਕਰੋ ਜੋ ਤੁਹਾਡੇ ਫਰਮ 'ਚ ਆ ਰਿਹਾ, ਕ੍ਰੈਡਿਟ ਉਹਨੂੰ ਕਰੋ ਜੋ ਤੁਹਾਡੀ ਫਰਮ 'ਚੋਂ ਜਾ ਰਿਹਾ। ਇਹ ਹੋ ਗਿਆ ਤੁਹਾਡਾ ਰਸੀਟ ਐਂਡ ਪੇਮੈਂਟ ਅਕਾਊਂਟ। ਨੈਕਸਟ ਇਸ ਤੋਂ ਬਾਅਦ ਬਣਾਵਾਂਗੇ ਆਪਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਠੀਕ ਹੈ, ਇਨਕਮ ਐਂਡ ਐਕਸਪੈਂਡੀਚਰ ਡੈਬਿਟ 'ਚ ਆਪਾਂ ਐਕਸਪੈਂਡੀਚਰ ਲਿਖਾਂਗੇ ਔਰ ਕ੍ਰੈਡਿਟ ਸਾਈਡ ਆਪਾਂ ਇਨਕਮ ਸ਼ੋ ਕਰਾਂਗੇ। ਜਿਹੜਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਹੈ ਇਹ ਬੇਟਾ ਜਿਹੜਾ ਤੁਸੀਂ +1 ਦੇ ਵਿੱਚ ਪ੍ਰੋਫਿਟ ਐਂਡ ਲੋਸ ਅਕਾਊਂਟ ਬਣਾਇਆ ਸੀ, P&L ਅਕਾਊਂਟ ਬਣਾਇਆ ਸੀ, ਉਹਦੇ ਨਾਲ ਰਿਲੇਟਡ ਹੈ। ਅਤੇ ਇਹ ਜਿਹੜਾ ਅਕਾਊਂਟ ਹੈ ਇਹ ਨੋਮੀਨਲ ਅਕਾਊਂਟ ਹੋਏਗਾ। ਅਤੇ ਨੋਮੀਨਲ ਅਕਾਊਂਟ ਦਾ ਰੂਲ ਕੀ ਹੁੰਦਾ ਹੈਗਾ? ਡੈਬਿਟ all the expenses and losses, credit all the incomes and gains। ਇਹ 2 ਸਟੇਟਮੈਂਟਸ ਬਣ ਗਈਆਂ। ਦੈਨ ਥਰਡ ਬਣੇਗੀ ਆਪਣੀ ਬੈਲੈਂਸ ਸ਼ੀਟ ਐਜ਼ ਇਟ +1 ਵਾਂਗੂ। ਠੀਕ ਹੈ, ਉਹਦੀ ਇੱਕ ਲਾਇਬਿਲਿਟੀ ਸਾਈਡ ਹੁੰਦੀ ਹੈ ਔਰ ਇੱਕ ਐਸੈਟ ਸਾਈਡ ਹੁੰਦੀ ਹੈ। ਇਹ ਸੀਗੇ 3 ਫਾਈਨੈਂਸ਼ੀਅਲ ਸਟੇਟਮੈਂਟਸ ਜਿਹੜੀਆਂ ਕਿ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਦੀਆਂ ਬਣਨਗੀਆਂ। ਇਸ ਤੋਂ ਬਾਅਦ ਕੁਝ ਮੈਂ ਤੁਹਾਨੂੰ ਦੱਸਿਆ ਸੀ ਵੀ ਇੰਪੋਰਟੈਂਟ ਆਈਟਮਸ ਨੇ ਜਿਹੜੀਆਂ ਤੁਹਾਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ ਜਦੋਂ ਵੀ ਇਹ ਚੈਪਟਰ ਕਰਨਾ ਹੈ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ਇੱਕ ਯਾਦ ਰੱਖਾਂਗੇ ਆਪਾਂ ਸਬਸਕ੍ਰਿਪਸ਼ਨ ਹੁੰਦਾ ਚੰਦਾ, ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ। ਹੁਣ ਦੇਖੋ NPO ਨੂੰ ਚਲਾਉਣ ਦੇ ਲਈ ਮੈਂਬਰਸ ਦੀ ਲੋੜ ਪੈਂਦੀ ਹੈ ਅਤੇ ਉਹ ਮੈਂਬਰਸ ਨੂੰ ਮੈਂਬਰ ਬਣਨ ਦੇ ਲਈ ਕੀ ਦੇਣਾ ਪੈਂਦਾ ਗਾ? ਚੰਦਾ ਦੇਣਾ ਪੈਂਦਾ, ਸਬਸਕ੍ਰਿਪਸ਼ਨ ਦੇਣੀ ਪੈਂਦੀ ਹੈ। ਉਹ ਹੁਣ ਮੰਥਲੀ ਵੀ ਹੋ ਸਕਦੀ ਹੈ, ਈਅਰਲੀ ਵੀ ਹੋ ਸਕਦੀ ਹੈ। ਤਾਂ ਉਹ ਇੱਕ ਤਰ੍ਹਾਂ ਦੀ ਫਰਮ ਦੀ ਕੀ ਹੁੰਦੀ ਹੈ? ਇਨਕਮ ਹੁੰਦੀ ਹੈ। ਜਿਹੜੀ ਫਰਮ ਦੀ ਇਨਕਮ ਹੋਏਗੀ ਉਹਨੂੰ ਆਪਾਂ ਰਸੀਟ ਐਂਡ ਪੇਮੈਂਟ ਅਕਾਊਂਟ ਦੀ ਡੈਬਿਟ ਸਾਈਡ ਸ਼ੋ ਕਰਾਂਗੇ ਔਰ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੀ ਕ੍ਰੈਡਿਟ ਸਾਈਡ। ਇੱਕ ਗੱਲ ਹੋਰ ਬੇਟਾ, ਜਿਹੜਾ ਰਸੀਟ ਐਂਡ ਪੇਮੈਂਟ ਅਕਾਊਂਟ ਹੈ ਇਹਦੇ ਵਿੱਚ ਤੁਹਾਡੀਆਂ ਰੈਵਨਿਊ ਆਈਟਮਸ ਵੀ ਆਉਣਗੀਆਂ, ਕੈਪੀਟਲ ਆਈਟਮਸ ਵੀ ਆਉਣਗੀਆਂ। ਰੈਵਨਿਊ ਆਈਟਮਸ ਬੇਟਾ ਉਹ ਆਈਟਮਸ ਹੁੰਦੀਆਂ ਨੇ ਜਿਹੜੀ ਤੁਸੀਂ ਬਾਰ-ਬਾਰ ਕਰਦੇ ਹੋ। ਜਿਵੇਂ ਸੈਲਰੀਜ਼ ਆ ਉਹ ਮਹੀਨੇ ਦੇ ਮਹੀਨੇ ਦੇਣੀ ਹੁੰਦੀ ਹੈ, ਕਮਿਸ਼ਨ ਹੋ ਗਿਆ ਮਹੀਨੇ ਦੇ ਮਹੀਨੇ ਦੇਣਾ, ਰੈਂਟ, ਇੰਟਰਸਟ, ਇਹ ਵਾਲੀਆਂ ਆਈਟਮਸ ਹੁੰਦੀਆਂ ਰੈਵਨਿਊ। ਕੈਪੀਟਲ ਆਈਟਮਸ ਉਹ ਆਈਟਮਸ ਹੁੰਦੀਆਂ ਨੇ ਜਿਹੜੀਆਂ ਤੁਸੀਂ ਸਾਲ ਦੇ ਵਿੱਚ ਇੱਕ ਅੱਧੀ ਵਾਰ ਕਰਦੇ ਹੋ। ਜਿੰਨੇ ਵੀ ਐਸੈਟਸ ਨੇ ਹੈ ਨਾ ਉਹ ਤੁਸੀਂ ਇੱਕ ਅੱਧੀ ਵਾਰ ਖਰੀਦਦੇ ਹੋ, ਬਾਰ-ਬਾਰ ਡੇਲੀ ਬੇਸਿਸ 'ਤੇ ਤਾਂ ਨਹੀਂ ਕੁਛ ਹੁੰਦਾ ਹੈਗਾ। ਅਤੇ ਇਸ ਕਰਕੇ ਉਹ ਵਾਲਾ ਜਿਹੜਾ ਕੈਪੀਟਲ ਨੇਚਰ ਦੀਆਂ ਹੋਣਗੀਆਂ ਉਹ ਤੁਸੀਂ ਬੈਲੈਂਸ ਸ਼ੀਟ 'ਚ ਸ਼ੋ ਕਰੋਗੇ। ਠੀਕ ਹੈ, ਪਰ ਰਸੀਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਦੋਨੋਂ ਹੁੰਦੀਆਂ ਨੇ, ਰੈਵਨਿਊ ਵੀ ਹੁੰਦੀਆਂ ਨੇ ਅਤੇ ਕੈਪੀਟਲ ਵੀ ਹੁੰਦੀਆਂ ਨੇ। ਅਤੇ ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ ਸਿਰਫ ਆਪਾਂ ਰੈਵਨਿਊ ਆਈਟਮਸ ਨੂੰ ਲਵਾਂਗੇ। ਅਤੇ ਸਬਸਕ੍ਰਿਪਸ਼ਨ ਇੱਕ ਰੈਵਨਿਊ ਆਈਟਮ ਹੈ। ਠੀਕ ਹੈ, ਤਾਂ ਕਰਕੇ ਇਹ ਰਸੀਟ ਐਂਡ ਪੇਮੈਂਟ ਇਨਕਮ ਐਂਡ ਐਕਸਪੈਂਡੀਚਰ 'ਚ ਆਏਗੀ। ਹੁਣ ਆਉਂਦਾ ਲਾਈਫ ਮੈਂਬਰਸ਼ਿਪ ਅਕਾਊਂਟ। ਲਾਈਫ ਮੈਂਬਰਸ਼ਿਪ ਅਕਾਊਂਟ ਹੁੰਦੀ ਹੈ ਕਿ ਜਿਹੜਾ NPO ਦਾ ਮੈਂਬਰ ਬਣੇਗਾ ਤਾਂ ਉਹਨੂੰ ਮੈਂਬਰ ਬਣਨ ਦੇ ਲਈ ਕਈ ਵਾਰੀ ਹੁੰਦਾ ਉਹਨੂੰ ਐਂ ਹੁੰਦਾ ਵੀ ਮੈਂ ਮਹੀਨੇ ਜਾਂ ਮੰਥਲੀ ਜਾਂ ਈਅਰਲੀ ਦੇਣਾ ਮੈਨੂੰ ਥੋੜ੍ਹਾ ਟਫ ਲੱਗਦਾ। ਅਤੇ ਉਹ ਮੰਨ ਲਓ ਕੋਈ ਅਮੀਰ ਬੰਦਾ ਹੈ, ਠੀਕ ਹੈ, ਤਾਂ ਉਹ ਕਹੂਗਾ ਵੀ ਤੁਸੀਂ ਮੇਰੇ ਤੋਂ ਲਮਸਮ ਫੀਸ ਲੈ ਲਓ, ਮੈਂਬਰਸ਼ਿਪ ਫੀਸ ਜਿਹੜੀ ਹੈ ਲਮਸਮ 'ਚ ਲੈ ਲਓ। ਤਾਂ ਹੁਣ ਇਹ ਬੰਦਾ ਰੇਅਰ ਕੇਸ ਹੋਊਗਾ, ਇੱਕ ਅੱਧਾ ਹੀ ਨਿਕਲੂਗਾ। ਤਾਂ ਇਟ ਮੀਨਸ ਇਹ ਕਿਹੜੀ ਆਈਟਮ ਬਣ ਜਾਏਗੀ ਫਿਰ? ਆਪਣੀ ਕੈਪੀਟਲ ਆਈਟਮ ਬਣ ਜਾਏਗੀ। ਅਤੇ ਕੈਪੀਟਲ ਆਈਟਮ ਨੂੰ ਤੁਸੀਂ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਵਾਲੀ ਸਾਈਡ ਸ਼ੋ ਕਰੋਗੇ। ਥਰਡ ਆਉਂਦਾ ਬੇਟਾ ਇੰਡੋਮੈਂਟ ਫੰਡ। ਇੰਡੋਮੈਂਟ ਫੰਡ ਹੁੰਦਾ ਹੈ ਕਿ ਜਦੋਂ ਕੋਈ ਤੁਸੀਂ ਫੰਡ ਕਿਸੇ ਸਪੈਸ਼ਲ ਪਰਪਸ ਨੂੰ ਕੰਪਲੀਟ ਕਰਨ ਦੇ ਲਈ ਇਕੱਠਾ ਕਰ ਰਹੇ ਹੋ। ਮੰਨ ਲਓ ਤੁਸੀਂ ਫੰਡ ਇਕੱਠਾ ਕਰ ਰਹੇ ਹੋ ਕਿ ਮੈਂ ਇੱਕ ਬਿਲਡਿੰਗ ਬਣਾਉਣੀ ਹੈ, ਤਾਂ ਉਹ ਤੁਸੀਂ ਫੰਡ ਬਿਲਡਿੰਗ ਬਣਾਉਣ ਵਾਸਤੇ ਹੀ ਰੱਖੋਗੇ। ਤਾਂ ਉਹ ਕਿਹੜਾ ਫੰਡ ਬਣ ਜਾਏਗਾ? ਇੰਡੋਮੈਂਟ ਫੰਡ। ਅਤੇ ਇਹ ਵੀ ਇੱਕ ਕੀ ਹੁੰਦੀ ਹੈ? ਲਾਇਬਿਲਿਟੀ ਹੁੰਦੀ ਹੈ। ਤੁਸੀਂ ਇਹਨੂੰ ਬੈਲੈਂਸ ਸ਼ੀਟ ਸ਼ੋ ਕਰੋਗੇ ਕਿਉਂਕਿ ਇਹ ਬਾਰ-ਬਾਰ ਰਿਪੀਟ ਨਹੀਂ ਹੁੰਦੀ ਆਈਟਮਸ, ਇਹ ਤੁਸੀਂ ਸਾਲ 'ਚ ਇੱਕ ਅੱਧੀ ਵਾਰ ਕਰਦੇ ਹੋ।
ਐਂਟਰੈਂਸ ਫੀਸ ਨੂੰ ਲੈ ਕੇ ਕਾਫੀ ਡਿਸਪਿਊਟ ਵੀ ਚੱਲ ਰਿਹਾ, ਕਿਉਂਕਿ ਐਂਟਰੈਂਸ ਫੀਸ ਹੁੰਦੀ ਹੈ ਕਿ ਜਦੋਂ ਤੁਸੀਂ ਕਲੱਬ ਦੇ ਵਿੱਚ ਐਂਟਰ ਕਰਦੇ ਹੋ ਤਾਂ ਕੋਈ ਫੀਸ ਪੇ ਕਰਨੀ ਪੈਂਦੀ ਹੈ। ਹੁਣ ਜਿਹੜਾ ਮੈਂਬਰ ਹੈ ਉਹ ਕਹਿੰਦੇ ਵੀ ਅਸੀਂ ਇੱਕ ਵਾਰ ਤਾਂ ਪੇ ਕਰਤੀ, ਅਸੀਂ ਬਾਰ-ਬਾਰ ਥੋੜ੍ਹਾ ਪੇ ਕਰਾਂਗੇ। ਜੇਕਰ ਤੁਸੀਂ ਬਾਰ-ਬਾਰ ਪੇ ਕਰ ਰਹੇ ਹੋ ਤਾਂ ਰੈਵਨਿਊ ਆਈਟਮ ਹੋ ਜਾਏਗੀ, ਤਾਂ ਇਨਕਮ ਐਂਡ ਐਕਸਪੈਂਡੀਚਰ ਸ਼ੋ ਕਰਾਂਗੇ। ਜੇ ਤੁਸੀਂ ਇੱਕ ਵਾਰ ਹੀ ਪੇ ਕਰ ਰਹੇ ਹੋ, ਅਕੋਰਡਿੰਗ ਟੂ ਸਮ ਕਰਨਾ ਆਪਾਂ, ਜੇ ਸਮ ਦੇ ਵਿੱਚ ਲਿਖਿਆ ਵੀ ਇਹ ਇੱਕ ਰੈਵਨਿਊ ਆਈਟਮ ਹੈ ਤਾਂ ਇਨਕਮ ਐਂਡ ਐਕਸਪੈਂਡੀਚਰ 'ਚ ਸ਼ੋ ਕਰਾਂਗੇ। ਜੇ ਉਹਨਾਂ ਨੇ ਸ਼ੋ ਕੀਤਾ ਇਟ ਇਜ਼ ਅ ਕੈਪੀਟਲ ਨੇਚਰ ਦੀ, ਫਿਰ ਤੁਸੀਂ ਉਹਨੂੰ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ ਸ਼ੋ ਕਰਨਾ ਗਾ। ਇਸੇ ਤਰ੍ਹਾਂ ਆਪਣੇ ਕੋਲ ਡੋਨੇਸ਼ਨ ਆਉਂਦੀ ਹੈ। ਡੋਨੇਸ਼ਨ ਜਿਹੜੀ ਹੈ ਬੇਟਾ ਦੋ ਤਰ੍ਹਾਂ ਦੀ ਹੁੰਦੀ ਹੈ, ਜਰਨਲ ਅਤੇ ਸਪੈਸੀਫਿਕ। ਜਰਨਲ ਡੋਨੇਸ਼ਨ ਉਹ ਡੋਨੇਸ਼ਨ ਹੁੰਦੀ ਹੈ ਜਿਹੜੀ ਆਪਾਂ ਨੂੰ ਆਮ ਤੌਰ 'ਤੇ ਦੇ ਜਾਂਦੇ ਆ, ਠੀਕ ਹੈ, ਕੋਈ ਵੀ, ਪਰ ਉਹਦਾ ਕੋਈ ਪਰਪਜ਼ ਨਹੀਂ, ਬਸ ਇੱਦਾਂ ਹੀ ਪੈਸੇ ਦੇ ਜਾਂਦੇ ਆ, ਪਰ ਇਹ ਨਹੀਂ ਕਹਿੰਦੇ ਵੀ ਤੁਸੀਂ ਇਹਨੂੰ ਇੱਥੇ ਯੂਜ਼ ਕਰਨਾ, ਠੀਕ ਹੈ। ਜਿਹੜੀ ਜਰਨਲ ਡੋਨੇਸ਼ਨ ਹੁੰਦੀ ਆ ਉਹ ਤੁਸੀਂ ਇਨਕਮ ਐਂਡ ਐਕਸਪੈਂਡ, ਕਿਉਂਕਿ ਜਰਨਲ ਦਾ ਕੋਈ ਮਰਜ਼ੀ ਕਦੋਂ ਮਰਜ਼ੀ ਦੇ ਸਕਦਾ ਹੈਗਾ, ਬਾਰ-ਬਾਰ ਵੀ ਹੋ ਸਕਦੀ ਆ। ਜਿਹੜੀ ਸਪੈਸੀਫਿਕ ਹੁੰਦੀ ਆ ਉਹ ਹੁਣ ਜੇ ਮੰਨ ਲਓ ਕਿਸੇ ਨੇ ਕਿਹਾ ਵੀ ਇਹ ਜਿਹੜਾ ਪੈਸਾ ਹੈਗਾ ਇਹ ਡੋਨੇਸ਼ਨ ਹੈ, ਮੈਂ ਸਿਰਫ ਬਿਲਡਿੰਗ ਬਣਾਉਣ ਵਾਸਤੇ ਹੀ ਦੇ ਰਿਹਾ, ਤਾਂ ਇਹ ਤੁਸੀਂ ਹੁਣ ਤੁਹਾਡੇ ਕੋਲ ਉਹ ਹੋ ਗਿਆ, ਬਾਊਂਡਰੀ ਬਣ ਗਈ ਕਿ ਤੁਸੀਂ ਉਹ ਪੈਸਾ ਜਿਹੜਾ ਹੈਗਾ ਉਹ ਬਿਲਡਿੰਗ 'ਤੇ ਹੀ ਖਰਚ ਕਰਨਾ ਹੈ, ਤਾਂ ਉਹ ਤੁਹਾਡੀ ਲਾਇਬਿਲਿਟੀ ਬਣ ਜਾਏਗੀ ਅਤੇ ਬੈਲੈਂਸ ਸ਼ੀਟ ਸ਼ੋ ਹੋਏਗਾ। ਇਸੇ ਤਰ੍ਹਾਂ ਅੱਗੇ ਆਉਂਦਾ ਲਿਗੇਸੀ ਦੇ ਵਿੱਚ ਵੀ ਹੁੰਦਾ ਕਿ ਜਦੋਂ ਕੋਈ ਮੈਂਬਰ ਐਕਸਪਾਇਰ ਹੋ ਜਾਂਦਾ ਤਾਂ ਗਾਹਾਂ ਉਹਦਾ ਜਿਹੜਾ ਵਾਰਸ ਹੁੰਦਾ ਉਹਦੇ ਵਿੱਚ ਉਹਨੂੰ ਆਪਾਂ ਜੋ ਵੀ ਸੰਪਤੀ ਜਾਇਦਾਦ ਹੁੰਦੀ ਆ ਉਹਨੂੰ ਆਪਾਂ ਲਿਗੇਸੀ ਦੇ ਵਿੱਚ ਸ਼ੋ ਕਰਾਂਗੇ। ਇਹ ਵੀ ਇੱਕ ਅੱਧੀ ਵਾਰ ਹੋਏਗੀ ਅਤੇ ਉਹਨੂੰ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ ਸ਼ੋ ਕਰਾਂਗੇ। ਨੈਕਸਟ ਆਉਂਦਾ ਸੇਲ ਆਫ ਐਸਟਸ। ਹੁਣ ਕਈ ਵਾਰੀ MNPO ਦੇ ਐਸਟਸ ਪਏ ਹੁੰਦੇ ਨੇ, ਉਹਨਾਂ ਨੂੰ ਵੀ ਸੇਲ ਕਰਕੇ ਇਨਕਮ ਹੁੰਦੀ ਹੈ, ਤਾਂ ਉਹਦਾ ਇਹ ਵੀ ਇੱਕ ਅੱਧੀ ਵਾਰ ਹੀ ਮਤਲਬ ਆਈਟਮ ਹੁੰਦੀ ਹੈ, ਇਸ ਕਰਕੇ ਇਹਨੂੰ ਆਪਾਂ ਐਸਟ ਸਾਈਡ ਸ਼ੋ ਕਰਨਾ, ਪਰ ਐਸਟਸ ਦੇ ਵਿੱਚੋਂ ਉਹ ਐਸਟਸ ਕੀ ਹੋ ਜਾਣਗੇ, ਮਾਈਨਸ ਹੋ ਜਾਣਗੇ। ਅੱਛਾ, ਜੇ ਉਹ ਐਸਟਸ 'ਤੇ ਪ੍ਰੋਫਿਟ ਹੋਇਆ ਤਾਂ ਇਟ ਮੀਨਸ ਉਹ ਇਨਕਮ ਸਾਈਡ ਸ਼ੋ ਹੋਏਗਾ। ਜੇ ਲੋਸ ਹੋਇਆ ਪ੍ਰੋਫਿਟ ਹੋਇਆ ਤਾਂ ਇਨਕਮ ਸਾਈਡ ਸ਼ੋ ਹੋਏਗਾ, ਲੋਸ ਹੋਇਆ ਤਾਂ ਐਕਸਪੈਂਡੀਚਰ ਸਾਈਡ ਸ਼ੋ ਹੋਏਗਾ। ਨੈਕਸਟ ਆਉਂਦਾ ਪੇਮੈਂਟ ਆਫ ਔਨਰੋਰੀਅਮ। ਔਨਰੋਰੀਅਮ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਸਪੈਸ਼ਲ ਬੰਦੇ ਨੂੰ ਕਿਸੇ ਨੂੰ ਵੀ ਬੁਲਾਉਂਦੇ ਹੋ, ਕੋਈ ਲੈਕਚਰ ਦੇਣ ਦੇ ਲਈ, ਕੋਈ ਸੈਮੀਨਾਰ ਦੇਣ ਦੇ ਲਈ, ਤੁਸੀਂ ਔਨਰ ਦੇ ਵਿੱਚ ਕੋਈ ਨਾ ਕੋਈ ਭੇਟਾ ਕੋਈ ਪੇਮੈਂਟ ਕਰਦੇ ਹੋ ਤਾਂ ਉਹਨੂੰ ਬੋਲਦੇ ਆ ਪੇਮੈਂਟ ਆਫ ਔਨਰੋਰੀਅਮ, ਤਾਂ ਉਹਨੂੰ ਤੁਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੀ ਡੈਬਿਟ ਯਾਨੀ ਕਿ ਐਕਸਪੈਂਡੀਚਰ ਦੇ ਵਿੱਚ ਸ਼ੋ ਕਰੋਗੇ। ਤਾਂ ਇਹ ਕੁਛ ਆਈਟਮਸ ਨੇ ਜਿਹੜੀਆਂ ਤੁਹਾਨੂੰ ਇਸ ਅਕਾਊਂਟਸ ਦੇ ਵਿੱਚ ਧਿਆਨ ਰੱਖਣੀਆਂ ਪੈਣਗੀਆਂ। ਇਸ ਤੋਂ ਬਾਅਦ ਇੱਕ ਨੂਮੈਰੀਕਲ ਦੀ ਮੈਂ ਥੋੜ੍ਹੀ ਦੱਸਦੀ ਹਾਂ ਵੀ ਆਪਾਂ ਕਿਵੇਂ ਕਰਦੇ ਹੁੰਦੇ ਹਾਂ। ਹੁਣ ਮੰਨ ਲਓ ਤੁਹਾਡੇ ਕੋਲ ਇੱਕ ਨਾ ਨੂਮੈਰੀਕਲ ਸਮ ਹੈ, ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ ਵੀ ਜਦੋਂ ਕੋਈ ਫੰਡ ਤੁਹਾਨੂੰ ਸਪੈਸ਼ਲ ਪਰਪਜ਼ ਦੇ ਲਈ ਆ ਜਾਏ ਤਾਂ ਉਹਨੂੰ ਆਪਾਂ ਬੈਲੈਂਸ ਸ਼ੀਟ ਸ਼ੋ ਕਰਨਾ ਸੌਰੀ, ਅਤੇ ਜਦੋਂ ਕੋਈ ਫੰਡ ਤੁਹਾਡੇ ਕੋਲ ਇਨ ਜਨਰਲ ਆ ਜਾਏ ਤਾਂ ਤੁਸੀਂ ਉਹਨੂੰ ਇਨਕਮ ਐਂਡ ਐਕਸਪੈਂਡੀਚਰ ਸ਼ੋ ਕਰਨਾ। ਹੁਣ ਜਿਵੇਂ ਇਹ ਵਾਲਾ ਸਮ ਹੈ, ਇਹ ਸਮ ਹੈ ਕਿ ਸਪੋਰਟਸ ਫੰਡ ਹੈ 35,000 ਦਾ, ਅਤੇ ਤੁਸੀਂ ਸਪੋਰਟਸ ਫੰਡ ਨੂੰ ਇਨਵੈਸਟਮੈਂਟ ਕੀਤਾ ਸੇਮ 35,000 ਦਾ ਹੀ, ਉਹ ਤੋਂ ਇਨਕਮ ਹੋਈ ਹੈ ਤੁਹਾਨੂੰ 4,000 ਦੀ। ਡੋਨੇਸ਼ਨ ਕੋਈ ਦੇ ਗਿਆ ਸਪੋਰਟਸ ਦੇ ਲਈ 15,000 ਰੁਪਈਆ, ਸਪੋਰਟਸ ਦਾ ਤੁਸੀਂ ਪ੍ਰਾਈਜ਼ ਅਵਾਰਡ ਕੀਤਾ ਹੈ 10,000 ਦਾ, ਅਤੇ ਖਰਚਾ ਤੁਹਾਡਾ ਹੋ ਗਿਆ 4,000 ਦਾ। ਇੱਕ ਸਮ ਹੈ, ਹੁਣ ਤੁਸੀਂ ਧਿਆਨ ਨਾਲ ਦੇਖੋ, ਇਹ ਸਪੋਰਟਸ ਫੰਡ ਦੀ ਗੱਲ ਕਰ ਰਿਹਾ, ਮੀਨਸ ਉਹ ਫੰਡ ਜਿਹੜਾ ਕਿਸੇ ਸਪੈਸ਼ਲ ਪਰਪਜ਼ ਨੂੰ ਕੰਪਲੀਟ ਕਰਨ ਦੇ ਲਈ ਦਿੱਤਾ ਗਿਆ ਹੈਗਾ, ਤੁਸੀਂ ਇਹਨੂੰ ਕਿੱਥੇ ਸ਼ੋ ਕਰਨਾ, ਫਿਰ ਇਹਨੂੰ ਬੈਲੈਂਸ ਸ਼ੀਟ ਦੇ ਵਿੱਚ ਸ਼ੋ ਕਰਨਾ ਹੈਗਾ। ਹੁਣ ਦੇਖੋ ਇਹਨੂੰ ਕਿਵੇਂ ਬਣਾਉਣਾ ਹੈ, ਦੇਖੋ ਜਿਹੜਾ ਸਪੋਰਟਸ ਫੰਡ ਇਨਵੈਸਟਮੈਂਟ ਹੁੰਦਾ ਇਹ ਇੱਕ ਐਸੈਟਸ ਹੁੰਦਾ, ਅਤੇ ਇਸ ਕਰਕੇ ਤੁਸੀਂ ਉਹਨੂੰ ਐਸੈਟ ਸਾਈਡ ਲਿਖਦਾ, ਸਪੋਰਟਸ ਫੰਡ ਇਨਵੈਸਟਮੈਂਟ ਦੈਟ ਇਜ਼ 35,000 ਐਸੈਟ ਸਾਈਡ, ਠੀਕ ਹੈ। ਹੁਣ ਉਸ ਤੋਂ ਬਾਅਦ ਬਾਕੀ ਸਭ ਦੀ ਐਡਜਸਟਮੈਂਟਸ ਹੋਣੀਆਂ, ਕਿਵੇਂ, ਜਿਹੜਾ ਫੰਡ ਤੁਸੀਂ ਬਣਾ ਰਹੇ ਹੋ ਉਹਦੇ ਵਿੱਚ ਜੇ ਇਨਕਮਸ ਹੋ ਰਹੀਆਂ ਨੇ, ਪੈਸਾ ਆ ਰਿਹਾ, ਇਟ ਮੀਨਸ ਤੁਸੀਂ ਉਹਨੂੰ ਪਲੱਸ ਕਰੋਗੇ, ਜਦੋਂ ਜਾ ਰਿਹਾ ਮਤਲਬ ਖਰਚਾ ਕਰ ਰਹੇ ਹੋ ਤਾਂ ਮਾਈਨਸ ਕਰੋਗੇ, ਸਿੰਪਲ ਗੱਲ ਆ ਗਈ। ਸਪੋਰਟਸ 'ਚ ਫੰਡ ਤੁਹਾਡੇ ਕੋਲ 35,000 ਹੈਗਾ, ਉੱਪਰ ਦਿੱਤਾ ਫਸਟ ਨੰਬਰ 'ਤੇ। ਇਨਕਮ ਜਿਹੜੀ ਆ ਉਹ ਕਿੰਨੀ ਹੋਈ ਹੈ ਤੁਹਾਨੂੰ, ਉਹ ਤੋਂ 4,000, ਕੋਈ ਡੋਨੇਸ਼ਨ ਦੇ ਗਿਆ 15,000, ਮੀਨਸ ਤੁਹਾਡੇ ਕੋਲ ਟੋਟਲ 54,000 ਰੁਪੀਜ਼ ਇਕੱਠਾ ਹੋ ਗਿਆ, ਠੀਕ ਹੈ ਜੀ। ਉਹਦੇ ਵਿੱਚ ਤੁਸੀਂ ਸਪੋਰਟਸ ਦੇ ਅਵਾਰਡ ਖਰੀਦ ਲਏ 10,000 ਦੇ, ਔਰ ਖਰਚਾ ਕਰਤਾ 4,000 ਦਾ, ਤਾਂ ਇਹਨਾਂ ਨੂੰ ਮਾਈਨਸ ਕਰਕੇ ਤੁਹਾਡੇ ਕੋਲ ਨੈਟ ਅਮਾਊਂਟ ਬਚ ਰਹੀ ਹੈ 40,000, ਅਤੇ ਇਹ ਤੁਸੀਂ ਲਾਇਬਿਲਿਟੀ ਸਾਈਡ ਸ਼ੋ ਕਰੋ। 40,000 ਲਾਇਬਿਲਿਟੀ ਸਾਈਡਸ, ਜਿਹੜੀ ਇਨਵੈਸਟਮੈਂਟਸ ਹੁੰਦੀ ਹੈ ਐਸੈਟਸ ਹੁੰਦੇ ਨੇ ਦੈਟ ਇਜ਼ 35,000। ਇਸ ਤਰੀਕੇ ਨਾਲ ਇਹ ਤੁਸੀਂ ਨਿਊਮੈਰੀਕਲ ਸਮ ਜਿਹੜਾ ਕਰਨਾ ਹੈ। ਨੈਕਸਟ ਇੱਕ ਟੌਪਿਕ ਕਰਵਾਉਂਗੀ ਮੈਂ ਸਬਸਕ੍ਰਿਪਸ਼ਨ ਵਾਲਾ, ਫਿਰ ਬਾਕੀ ਆਪਾਂ ਗੱਲ ਕਰਾਂਗੇ। ਸਬਸਕ੍ਰਿਪਸ਼ਨ ਤੁਹਾਨੂੰ ਮੈਂ ਦੱਸ ਹੀ ਚੁੱਕੀ ਹਾਂ, ਚੰਦਾ, ਠੀਕ ਹੈ। ਜਦੋਂ ਕਿਤੇ ਆਪਣੇ ਕੋਲ ਚੰਦਾ ਇਕੱਠਾ ਹੁੰਦਾ ਤਾਂ ਤੁਸੀਂ ਮੇਰੇ ਅਕੋਰਡਿੰਗ ਤੁਸੀਂ ਇਹ ਕਰੋ, ਕਈ ਵਾਰੀ ਕੀ ਹੁੰਦਾ ਕਈ ਟੀਚਰਸ ਜਾਂ ਕਈ ਟਿਊਸ਼ਨਸ ਦੇ ਟੀਚਰਸ ਐਂ ਕਰਦੇ ਨੇ ਕਿ ਇਹ ਸਬਸਕ੍ਰਿਪਸ਼ਨ ਨੂੰ ਇੱਕ ਸਟੇਟਮੈਂਟ ਇੱਕ ਸਮਰੀ ਦੇ ਵਿੱਚ ਸਮਝਾਉਂਦੇ, ਮਤਲਬ ਸਮਰੀ ਵਾਂਗ ਕਰਵਾਉਂਦੇ ਆ ਵੀ ਇਹਨੂੰ ਪਲੱਸ ਕਰ ਦਿਓ, ਮਾਈਨਸ ਕਰ ਦਿਓ, ਪਲੱਸ ਕਰ ਦਿਓ, ਮਾਈਨਸ ਕਰ ਦਿਓ। ਮੇਰੇ ਅਕੋਰਡਿੰਗ ਤੁਹਾਨੂੰ ਲੱਗਦਾ ਕਿ ਪਹਿਲਾਂ ਅਕਾਊਂਟ ਬਣਾਉਣਾ ਚਾਹੀਦਾ। ਸਬਸਕ੍ਰਿਪਸ਼ਨ ਅਕਾਊਂਟ ਦਾ ਫਾਰਮੈਟ ਕੀ ਹੈ, ਟੂ ਬੈਲੈਂਸ BD, ਬਾਈ ਬੈਲੈਂਸ BD, ਟੂ ਬਾਈ ਬੈਲੈਂਸ BD, ਟੂ ਬੈਲੈਂਸ CD, ਔਰ ਇੱਧਰ ਬਾਈ ਬੈਂਕ। ਇਹ 5 ਆਈਟਮਸ ਤੁਸੀਂ ਪਹਿਲਾਂ ਲਿਖ ਲੈਣੀ ਹੈ, ਠੀਕ ਹੈ। ਟੂ ਬੈਲੈਂਸ BD,
बाय बैलेंस सी डी, बाय बैलेंस बी डी, टू बैलेंस सी डी ते बाय बैंक। ये 5 आइटम्स लिखण तो बाद ਜਿਹੜੀ ਇੱਧਰ ਬੈਲੈਂਸਿੰਗ ਫਿਗਰ ਬਚੂਗੀ ਉਹਨੂੰ ਬੋਲਦੇ ਆ ਟੂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਠੀਕ ਹੈ, ਹੁਣ ਇੱਧਰ ਜਿਹੜਾ ਆਏਗਾ ਟੂ, ਇੱਧਰ ਆਪਾਂ ਓਪਨਿੰਗ ਦੀ ਗੱਲ ਕਰਾਂਗੇ। ਓਪਨਿੰਗ ਆਊਟਸਟੈਂਡਿੰਗ ਜਿਹੜਾ ਹਜੇ ਸਬਸਕ੍ਰਿਪਸ਼ਨ ਤੁਸੀਂ ਲੈਣਾ ਦਿੱਤਾ ਨਹੀਂ ਤੁਹਾਨੂੰ ਹਜੇ, ਤੇ ਇਸ ਤੋਂ ਉਲਟਾ ਕਰ ਦਿਓ ਕਲੋਜ਼ਿੰਗ ਆਊਟਸਟੈਂਡਿੰਗ ਤੁਹਾਡਾ ਇੱਥੇ ਆ ਜਾਏਗਾ। ਇੱਧਰ ਗੱਲ ਕਰਾਂਗੇ ਐਡਵਾਂਸ ਦੀ। ਕਈ ਲੋਕ ਬਹੁਤ ਅਮੀਰ ਹੁੰਦੇ ਨੇ ਮੈਂਬਰਸ, ਤੇ ਉਹ ਐਡਵਾਂਸ 'ਚ ਪੇਮੈਂਟ ਕਰ ਜਾਂਦੇ ਸਬਸਕ੍ਰਿਪਸ਼ਨ ਦੀ, ਉਹਦਾ ਓਪਨਿੰਗ ਤੇ ਉਹਦਾ ਕਲੋਜ਼ਿੰਗ। ਠੀਕ ਹੈ, ਤੇ ਇਹ ਤੁਹਾਡੇ ਕੋਲ ਕਿੰਨਾ ਬੈਲੈਂਸ ਸੀਗਾ ਉਹ ਇੱਕ ਸਮ ਨਾਲ ਸਮਝਦੇ ਆਪਾਂ ਇਹਨੂੰ। ਕਹਿੰਦੇ ਸਬਸਕ੍ਰਿਪਸ਼ਨ ਰਿਸੀਵਡ ਕੀਤੀ ਹੈ ਤੁਸੀਂ ਫੋਰ ਦਾ ਈਅਰ ਐਂਡਿੰਗ 31 ਮਾਰਚ 2021 68,500। ਠੀਕ ਹੈ, ਸਬਸਕ੍ਰਿਪਸ਼ਨ ਆਊਟਸਟੈਂਡਿੰਗ ਜਿਹੜੀ ਸੀ ਉਹ ਹੈਗੀ ਹੈ 31 ਮਾਰਚ 2020 ਦੀ 6500 ਤੇ 31 ਮਾਰਚ 2021 ਦੀ 5400। ਐਡਵਾਂਸ ਦਿੱਤਾ ਹੋਇਆ ਦੋਨਾਂ ਦਾ। ਠੀਕ ਹੈ, ਹੁਣ ਇਹ 'ਚ ਤੁਸੀਂ ਪਹਿਲਾਂ ਸਮਝਣਾ ਕੀ ਹੈ, ਜਿਹੜਾ ਮੈਂ ਇੱਥੇ ਤੁਹਾਨੂੰ ਬਾਏ ਬੈਂਕ ਅਕਾਊਂਟ ਲਿਖਾਇਆ ਗਾ। ਠੀਕ ਹੈ, ਬਾਏ ਬੈਂਕ ਅਕਾਊਂਟ, ਉੱਥੇ ਤੁਸੀਂ ਆਹ ਵਾਲੀ ਅਮਾਊਂਟ ਸ਼ੋ ਕਰ ਦੇਣੀ ਹੈ, ਕਿਉਂਕਿ ਆਪਾਂ ਕਿਹੜੇ ਈਅਰ ਦਾ ਅਕਾਊਂਟ ਬਣਾ ਰਹੇ ਹਾਂ 31 ਮਾਰਚ 2021 ਦਾ। ਤਾਂ ਆਪਣੇ ਕੋਲ ਜਿਹੜਾ ਬੈਂਕ ਦੇ ਵਿੱਚ ਅਮਾਊਂਟ ਹੈ ਉਹ ਹੈਗੀ 68,500। ਵੈਰੀ ਗੁੱਡ। ਉਸ ਤੋਂ ਬਾਅਦ ਹੁਣ ਦੇਖੋ ਆਪਣੇ ਕੋਲ ਓਪਨਿੰਗ ਸਟਾਕ ਦੋ ਦਿੱਤੇ ਹੋਏ ਨੇ, ਇੱਕ ਪਿਛਲੇ ਈਅਰ ਦਾ, ਇੱਕ ਜਿਹੜਾ ਈਅਰ ਦਾ ਚੱਲ ਰਿਹਾ। ਜਿਹੜਾ ਈਅਰ ਦਾ ਚੱਲ ਰਿਹਾ ਬੇਟਾ ਇਹ ਹੁੰਦਾ ਕਲੋਜ਼ਿੰਗ ਸਟਾਕ। ਠੀਕ ਹੈ, ਜਿਹੜਾ ਪਿਛਲੇ ਸਾਲ ਦਾ ਹੋਏਗਾ ਉਹਨੂੰ ਆਪਾਂ ਕੀ ਨਾਮ ਦੇਵਾਂਗੇ, ਓਪਨਿੰਗ ਸਟਾਕ। ਹੁਣ ਦੇਖੋ ਓਪਨਿੰਗ ਇੱਥੇ ਆ ਜਾਏਗਾ 6500 ਔਰ ਕਲੋਜ਼ਿੰਗ ਆ ਜਾਏਗਾ 5400। ਠੀਕ ਹੈ ਜੀ, ਇਸੇ ਤਰ੍ਹਾਂ ਐਡਵਾਂਸ ਦੀ ਗੱਲ ਕਰਾਂਗੇ, ਇਹ ਵਾਲਾ ਓਪਨਿੰਗ ਸਟਾਕ ਹੋਏਗਾ, ਇਹ ਵਾਲਾ ਕਲੋਜ਼ਿੰਗ ਸਟਾਕ ਹੋ ਜਾਏਗਾ। ਠੀਕ ਹੈ, ਓਪਨਿੰਗ ਐਡਵਾਂਸ ਇੱਥੇ ਆ ਜਾਏਗਾ ਕਲੋਜ਼ਿੰਗ ਐਡਵਾਂਸ। ਦੈਟਸ ਆਲ। ਉਸ ਤੋਂ ਬਾਅਦ ਹਾਂਜੀ ਬੇਟਾ, ਬਟ ਥੋੜ੍ਹਾ ਜਿਹਾ ਨਾ ਇੱਕ ਸਬਸਕ੍ਰਿਪਸ਼ਨ ਅਕਾਊਂਟ ਨੂੰ ਥੋੜ੍ਹਾ ਸੈੱਟ ਕਰ ਲਿਓ ਬੇਟਾ। ਇੱਥੇ ਆਏਗਾ ਆਹ ਦੇਖੋ, ਇੱਥੇ ਆਏਗਾ ਟੂ ਬੈਲੈਂਸ ਬੀ ਡੀ, ਬਾਏ ਬੈਲੈਂਸ ਸੀ ਡੀ, ਬਾਏ ਬੈਲੈਂਸ ਬੀ ਡੀ, ਟੂ ਬੈਲੈਂਸ ਸੀ ਡੀ। ਜਿਹੜਾ ਟੂ ਬੈਲੈਂਸ ਬੀ ਡੀ ਓਪਨਿੰਗ ਆਊਟਸਟੈਂਡਿੰਗ ਆਏਗਾ, ਇੱਥੇ ਕਲੋਜ਼ਿੰਗ ਆਊਟਸਟੈਂਡਿੰਗ ਆਏਗਾ। ਮੇਰੇ ਤੋਂ ਐਡਵਾਂਸ ਲਿਖਿਆ ਗਿਆ ਸੀ, ਸੌਰੀ, ਕਲੋਜ਼ਿੰਗ ਆਊਟਸਟੈਂਡਿੰਗ। ਠੀਕ ਹੈ, ਇੱਥੇ ਕਲੋਜ਼ਿੰਗ ਓਪਨਿੰਗ ਐਡਵਾਂਸ, ਇੱਥੇ ਕਲੋਜ਼ਿੰਗ ਐਡਵਾਂਸ। ਤੇ ਆਪਾਂ ਸਭ ਕੁਝ ਸਹੀ ਚੱਲ ਰਿਹਾ ਸੀਗਾ। 68,500 ਆਪਾਂ ਬੈਂਕ 'ਚ ਪਾਤਾ। ਠੀਕ ਹੈ, ਓਪਨਿੰਗ ਐਡਵਾਂਸ ਆਪਣੇ ਕੋਲ ਕਿੰਨਾ ਸੀਗਾ 4100 ਔਰ ਕਲੋਜ਼ਿੰਗ 2500, ਇਹ ਵੀ ਹੋ ਗਿਆ। ਤੇ ਆਪਣੇ ਕੋਲ ਓਪਨਿੰਗ ਆਊਟਸਟੈਂਡਿੰਗ ਤੇ ਕਲੋਜ਼ਿੰਗ ਆਊਟਸਟੈਂਡਿੰਗ ਪਾਤਾ। ਹੁਣ ਆਪਾਂ ਇਹਨੂੰ ਸੋਲਵ ਕਰਦੇ ਹਾਂ। ਪਹਿਲਾਂ ਇੱਧਰ ਵਾਲਾ ਟੋਟਲ ਕਰ ਲਓ, ਟੋਟਲ ਇਜ਼ 78,000। ਠੀਕ ਹੈ, ਇੱਧਰ ਵੀ ਆਪਾਂ 78,000 ਲਿਖਤਾ। ਦੋਨਾਂ ਨੂੰ ਮਾਈਨਸ ਕਰ ਦਈਏ ਤਾਂ ਆਪਣੇ ਕੋਲ ਜਿਹੜੀ ਆ ਬੈਲੈਂਸਿੰਗ ਫਿਗਰ ਨਿਕਲ ਆਏਗੀ, ਦੈਟ ਇਜ਼ 69,000। ਇਹ 69,000 ਤੁਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਸ਼ੋ ਕਰਨਾ ਹੈ। ਇਸ ਤਰੀਕੇ ਨਾਲ ਆਪਾਂ ਸਬਸਕ੍ਰਿਪਸ਼ਨ ਅਕਾਊਂਟ ਜਿਹੜਾ ਉਹ ਪ੍ਰਪੇਅਰ ਕਰਾਂਗੇ। ਓਕੇ ਬੇਟਾ ਜੀ, ਥੈਂਕ ਯੂ।